अबाउट अनदर अक्यूज़ड ਜਿਹੜਾ ਪਰਸੂ ਕੀਤਾ ਜਾ ਰਿਹਾ ਹੈ ਤੇ ਇਹ ਜਿਹੜੇ ਅਕਿਊਜ਼ਡ ਹੈਗੇ ਇਹਨਾਂ ਦੀ ਪ੍ਰੀਲਿਮਿਨਰੀ ਇੰਟਰੋਗੇਸ਼ਨ ਦੇ ਵਿੱਚ ਆਇਆ ਹੈਗਾ ਕਿ ਜਿਹੜਾ ਰਜਿੰਦਰ ਜੋਕਰ ਸੀਗਾ ਇਹ ਪਹਿਲੇ ਤੋਂ ਨੇਪਾਲ ਦੇ ਵਿੱਚ ਸਟੇਸ਼ਨਡ ਸੀ। ਸੋ ਹੀ ਵਾਜ਼ ਇਨ ਟੱਚ ਥਰੂ ਗੋਲਡੀ ਬਰਾੜ ਜਿਹੜਾ ਕਿ ਮਾਸਟਰਮਾਈਂਡ ਸੀਗਾ ਮਰਡਰ ਦਾ। ਹੀ ਵਾਜ਼ ਆਲਸੋ ਮਾਸਟਰਮਾਈਂਡ ਆਫ देयर एस्केप प्लान। ਸੋ ਮੋਸਟਲੀ ਮੁੰਡੀ ਤੇ ਕਪਿਲ ਇਕੱਠੇ ਰਹੇ ਹੈਗੇ ਤੇ ਦੇ ਹੈਵ ਸ਼ਿਫਟਡ ਬੇਸ ਹਰਿਆਣਾ, ਰਾਜਸਥਾਨ, यूपी तो होंदे हुए दे रीच्ड वैस्ट बंगाल। इन्हां दी प्लैनिंग सीगी कि नेपाल दे थ्रू इन्हां नूं ਇਹ ਪ੍ਰੋਮਿਸ ਕੀਤਾ ਗਿਆ ਸੀ ਕਿ ਤੁਹਾਨੂੰ ਦੁਬਈ ਦੇ ਵਿੱਚ ਫੇਕ ਪਾਸਪੋਰਟਸ ਤੇ ਸੈਟਲ ਕਰਾ ਦਾਂਗੇ ਤੇ ਨੇਪਾਲ ਤੋਂ ਥਰੂ ਆਈਦਰ ਲੈਂਡ ਰੂਟ ਯੂਜ਼ਿੰਗ ਭੂਟਾਨ ਤੇ ਉਸ ਤੋਂ ਬਾਅਦ ਮਿਆਂਮਾਰ, ਥਾਈਲੈਂਡ ਜਾਂਦਾ ਜਾਂ ਜੇ ਇਹਨਾਂ ਨੂੰ ਫੇਕ ਪਾਸਪੋਰਟ ਡਿਲੀਵਰ ਹੋ ਜਾਂਦੇ ਨੇਪਾਲ ਦੇ ਵਿੱਚ ਤੇ ਕਠਮੰਡੂ ਤੋਂ ਫਲਾਈਟ ਫੜ ਕੇ ਬੈਂਕਾਕ ਤੇ ਫਿਰ ਦੁਬਈ ਐਸਕੇਪ ਦਾ ਪਲਾਨ ਸੀਗਾ। ਤੇ ਇੰਟਰੋਗੇਸ਼ਨ ਦੇ ਵਿੱਚ ਹਾਲੇ ਪ੍ਰੀਲਿਮਿਨਰੀ ਸਟੇਜ ਤੇ ਇਹ ਵੀ ਗੱਲ ਆਈ ਹੈ ਜਿਹੜੀ ਕਪਿਲ ਪੰਡਿਤ ਦੀ ਇੰਟਰੋਗੇਸ਼ਨ ਹੈ ਕਿ ਉਸ ਨੂੰ ਲਾਰੈਂਸ ਬਿਸ਼ਨੋਈ ਨੇ ਅਪਰੋਚ ਕੀਤਾ ਸੀਗਾ ਥਰੂ ਸੰਪਤ ਨੇਹਰਾ ਐਂਡ ਗੋਲਡੀ ਬਰਾੜ ਕਿ ਸਲਮਾਨ ਖਾਨ ਨੂੰ ਟਾਰਗੇਟ ਕਰਨ ਲਈ ਤੇ ਅਲੋਂਗ ਵਿਦ ਸਚਿਨ ਬਿਸ਼ਨੋਈ ਐਂਡ ਸੰਤੋਸ਼ ਯਾਦਵ ਜਿਹੜਾ ਸ਼ੂਟਰ ਮਹਾਰਾਸ਼ਟਰ ਫੜਿਆ ਗਿਆ ਸੀਗਾ। तो इन्होंने काफ़ी इलैਬੋਰੇਟ ਰੈਕੀ ਕੀਤੀ ਸੀਗੀ ਐਂਡ ਦੇ ਸਪੈਂਟ ਅ ਲੋਟ ਆਫ ਟਾਈਮ ਇਨ ਮੁੰਬਈ। तो ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਇਹ ਐਂਗਲ ਵੀ ਵੈਰੀਫਾਈ ਕਰ ਲਾਂਗੇ ਤੇ ਇਹ ਜਿਹੜਾ ਸ਼ੁਭਦੀਪ ਮਰਡਰ ਕੇਸ ਹੈਗਾ ਸਾਇੰਟੀਫਿਕ ਤਰੀਕੇ ਨਾਲ ਸਾਰਿਆਂ ਦੇ ਕੋਆਪਰੇਸ਼ਨ ਨਾਲ ਫਰੋਮ ਦਾ ਵੈਰੀ ਡੇ ਜਦੋਂ ਇਹ ਕੇਸ ਸ਼ੁਰੂ ਹੋਇਆ ਸੀਗਾ 29 ਮਈ ਦਾ ਇਨਸੀਡੈਂਟ ਹੈਗਾ। ਸੋ 30 ਮਈ ਨੂੰ ਸਾਨੂੰ ਬ੍ਰੇਕ ਥਰੂ ਮਿਲੀ ਸੀ ਜਿਹੜੀ ਉਹ ਗੱਡੀ ਦੇ ਵਿੱਚ ਜਸਟ ਟੂ ਰਿਕਾਊਂਟ ਕਿ ਜਿਵੇਂ 2 ਸ਼ੂਟਰਸ ਕਰੋਲਾ ਦੇ ਵਿੱਚ ਸੀਗੇ, 4 ਸ਼ੂਟਰਸ ਬੋਲੇਰੋ ਦੇ ਵਿੱਚ ਸੀਗੇ ਜਿਹਨੂੰ ਅਸੀਂ ਬੋਲੇਰੋ ਮੋਡਿਊਲ ਤੋਂ ਕਰੋਲਾ ਮੋਡਿਊਲ ਕਹਿੰਦੇ। ਕਰੋਲਾ ਮੋਡਿਊਲ ਵਾਲੇ ਜਿਹੜੇ ਸ਼ੂਟਰ ਸੀਗੇ ਉਹ ਜੱਗੂ ਭਗਵਾਨਪੁਰੀਆ ਨੇ ਪ੍ਰੋਵਾਈਡ ਕੀਤੇ ਸੀ ਜਿਹੜੇ ਐਨਕਾਊਂਟਰ ਦੇ ਵਿੱਚ ਨਿਊਟਰਲਾਈਜ਼ ਹੋ ਗਏ ਦੋਵੇਂ। ਜਿਹੜੇ ਇਹਦੇ 'ਚ ਇਹ ਚੌਥਾ ਬੰਦਾ ਸੀਗਾ ਜਿਹੜਾ ਕਰੋਲਾ ਦੇ ਵਿੱਚ ਸੀਗਾ ਦੀਪਕ ਅਲੋਂਗ ਵਿਦ ਅਦਰ 3 ਪੀਪਲ ਵਰ ਅਰੈਸਟਡ ਬਾਈ ਦਿੱਲੀ ਪੁਲਿਸ। ਤੇ ਉਹ ਜਿਹੜੀ ਸਲਿੱਪ ਸੀਗੀ ਉਹ ਫਤਿਹਾਬਾਦ ਹਰਿਆਣਾ ਟਰੇਸ ਹੋਈ ਸੀਗੀ। ਉਸ ਤੋਂ ਬਾਅਦ ਅਸੀਂ ਅੱਗੇ CCTV ਫੁਟੇਜ ਉਹਦਾ ਸਟੱਡੀ ਕਰਕੇ ਉਹਦੇ 'ਚ ਪ੍ਰੀਅਮਵੰਤ ਦੀ ਸ਼ਨਾਖਤ ਹੋ ਗਈ ਸੀ। ਉਸ ਤੋਂ ਬਾਅਦ ਦਾ ਰੂਟ ਵਾਜ਼ ਆਈਡੈਂਟੀਫਾਈਡ। ਅਸੀਂ ਟੈਕਨੀਕਲੀ ਜਿਹੜੇ ਟਾਵਰ ਡੰਪਸ ਚੱਕੇ ਸੀਗੇ ਤੇ ਵੀ ਹੈਡ ਪ੍ਰੀਪੇਅਰਡ ਅ ਰੂਟ ਤੇ ਕੋਆਪਰੇਸ਼ਨ ਵਿਦ ਅਦਰ ਏਜੰਸੀਜ਼ ਵਾਜ਼ ਡਨ। ਸਾਨੂੰ ਪਹਿਲੀ ਬ੍ਰੇਕ ਥਰੂ ਮਿਲੀ ਸੀਗੀ ਜਦੋਂ ਉੱਤਰਾਖੰਡ ਦੇ ਵਿੱਚ ਇੱਕ ਮੁੰਡਾ ਜਿਹਨੇ ਕਾਰ ਪ੍ਰੋਵਾਈਡ ਕੀਤੀ ਸੀ ਉਹ ਮਨਪ੍ਰੀਤ ਭਾਊ ਤੇ ਮਨਪ੍ਰੀਤ ਮੰਨਾ ਟਰੇਸ ਹੋਈ ਸੀਗੇ। ਉਹਨਾਂ ਦੀ ਇੰਟਰੋਗੇਸ਼ਨ ਤੋਂ ਬਾਅਦ 31 ਨੂੰ ਅਸੀਂ ਜੇਲ੍ਹ ਦੇ ਵਿੱਚ ਸਾਰਜ ਮਿੰਟੂ ਨੂੰ ਪ੍ਰੋਡਕਸ਼ਨ ਰਿਮਾਂਡ ਤੇ ਲਿਆਂਦਾ ਸੀਗਾ ਤੇ ਇੱਕ ਸਿਲਸਿਲੇਵਾਰ ਅਸੀਂ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਇਆ ਹੈ ਤੇ ਕਾਮਯਾਬੀ ਹਾਸਲ ਕੀਤੀ ਹੈ। ਵੀ ਆਰ ਕਮਿਟਡ ਟੂ ਐਨਸ਼ੋਰਿੰਗ ਜਸਟਿਸ ਇਨ ਦਾ ਸ਼ੁਭਦੀਪ ਕੇਸ ਤੇ ਸਾਡਾ ਐਂਡੇਵਰ ਹੋਊਗਾ ਕਿ ਪੁਖਤਾ ਕੇਸ ਬਣਾ ਕੇ ਸਾਰੇ ਮੁਲਜ਼ਮਾਂ ਨੂੰ ਕਨਵਿਕਸ਼ਨ ਕੀਤੀ ਜਾਵੇ। ਜਿਹੜੇ ਬਾਹਰ ਬੈਠੇ ਹੈ ਉਹਨਾਂ ਨੂੰ ਵੀ ਵਾਪਸ ਲਿਆਉਣ ਲਈ ਐਕਸਟ੍ਰੈਡੀਸ਼ਨ ਲਈ ਰੈੱਡ ਕਾਰਨਰ ਨੋਟਿਸ ਗੋਲਡੀ ਬਰਾੜ ਦਾ ਵੀ ਜਾਰੀ ਹੋ ਗਿਆ ਹੈ ਤੇ ਵੀ ਆਰ ਪਰਸੂਇੰਗ ਆਲ ਲੀਡਸ। I'll just request Mr. Pramod Ban to speak briefly on the investigation and then we'll welcome any questions. गुड मॉर्निंग। जिवें सर ने पहले दसिया ये शुरू तो ही बहुत ही साइंटिफिक तरीके नाल लीड्स ਨੂੰ फॉलो करते हुए इन्वेस्टिगेशन चली है ਤੇ ਕੜੀ ਬਦਰ ਕੜੀ ਵਾਰੀ ਕਰਕੇ ਇੱਕ ਬੰਦਾ ਪਾਵੇ ਹੋ ਰੇਕੀ ਕਰਨ ਵਾਲਾ ਸੀਗਾ, ਪਾਵੇ ਹੋ ਐਕਚੁਅਲ ਸ਼ੂਟਰ ਸੀਗੇ, ਪਾਵੇ ਦੂਜੇ ਸਪੋਰਟ ਪ੍ਰੋਵਾਈਡਰ ਸੀਗੇ, ਹਰ ਇੱਕ ਨੂੰ ਅਰੈਸਟ ਕੀਤਾ ਗਿਆ ਵਿਦ ਐਗਜ਼ੈਕਟ ਰੋਲ ਹਰ ਇੱਕ ਦਾ ਕੀ ਹੈਗਾ ਉਹਨੂੰ ਡਿਫਾਈਨ ਕਰਕੇ ਹੁਣ ਚਾਰਜਸ਼ੀਟ ਫਾਈਲ ਕੀਤੀ ਜਾ ਚੁੱਕੀ ਹੈ। ਜਿਹੜਾ ਇਹ ਬੰਦਾ ਇੱਕ ਸ਼ੂਟਰ ਰਹਿੰਦਾ ਸੀਗਾ ਸ਼ੁਰੂ ਤੋਂ ਹੀ ਇਹਦੇ ਮਗਰ ਅਸੀਂ ਵੀ ਤੇ ਬਾਕੀ ਹੋਰ ਏਜੰਸੀਜ਼ ਵੀ ਲੱਗੇ ਹੋਏ ਸੀਗੇ। So we got the follow-up leads on them. So our parties went to West Bengal and finally they've arrested and उन्होंने वापस लेकर आए सी। So इस सारी तफ्तीश के दौरान it was an important case. सारी तफ्तीश के दौरान as per guidance from CM साहब and DGP साहब एक चीज़ सिलसिलेवार सारी एजेंसीज ਨੂੰ ਨਾਲ ਲੈ ਕੇ ਤੇ सारी एजेंसीज ਦੇ ਕੋਆਪਰੇਸ਼ਨ ਦੇ ਨਾਲ ਇਹ ਤਫਤੀਸ਼ ਕੀਤੀ ਗਈ ਹੈ and I am very thankful to the whole team of AGTF, DSR and all the other state as well as central agencies ਜਿਨ੍ਹਾਂ ਦੀ ਕੋਆਪਰੇਸ਼ਨ ਨਾਲ ਇਹ ਸਾਰਾ ਮਸਲਾ ਹੱਲ ਹੋਇਆ। ਮੈਂ ਇਹ ਵੀ ਦੱਸਣਾ ਚਾਹਾਂਗਾ ਕਿ CM ਸਾਹਿਬ ਨੇ ਰੈਗੂਲਰਲੀ ਉਹ ਕੇਸ ਦੀ ਮੋਨੀਟਰਿੰਗ ਕਰਦੇ ਸੀਗੇ ਹਰ 2 ਹਫ਼ਤੇ ਬਾਅਦ ਤੇ ਚੀਫ ਮਿਨਿਸਟਰ ਸਾਹਿਬ ਇਨਵੈਸਟੀਗੇਸ਼ਨ ਦੇ ਰਿਵਿਊ ਕਰਦੇ ਸੀ ਕਿ ਵਿਦਆਊਟ ਇੰਟਰਫੀਅਰਿੰਗ ਕਿ ਅਸੀਂ ਪ੍ਰੋਫੈਸ਼ਨਲ ਤਰੀਕੇ ਨਾਲ ਇੰਟਰਫੀਅਰੈਂਸ ਕੀਤੀ ਹੈ ਬਟ देयर वाज दिस strong political will to solve this case and to establish the rule of law by ensuring justice. सर 2 क्वेश्चन है सर मेरे। सर एक बार क्योंकि पुलिस ਨੂੰ ਬਾਹਰੋਂ ਨੂੰ ਚੈਲੰਜ ਕਰਨਾ ਜਿਵੇਂ ਕੱਲ ਅਰੈਸਟ ਹੋਣ ਤੋਂ ਬਾਅਦ ਜਸਟ 2 ਮਿੰਟਸ ਹੀ ਗੋਲਡੀ ਬਰਾੜ ਦਾ ਇੱਕਦਮ ਸਟੇਟਮੈਂਟ ਆਉਣ ਲੱਗੀ
ਮਤਲਬ ਕਹਿੰਦੇ ਪੰਜਾਬ ਪੁਲਿਸ ਨੂੰ ਜੇ ਕੁਝ ਲੋਕ ਨੇ ਜਿਵੇਂ ਚੁਣੌਤੀ ਦਿੰਦੇ ਨੇ ਬਾਰ-ਬਾਰ ਕਰਦੇ ਆ ਚਾਹੇ ਆਪਾਂ ਪ੍ਰੋਸੈਸ ਅਡਾਪਟ ਕੀਤਾ ਹੋਇਆ ਲੇਕਿਨ ਇਹ ਕਿੰਨਾ ਕੁ ਜੇ ਲੈਂਥੀ ਕਿਉਂਕਿ ਉਹ ਬਾਰ-ਬਾਰ ਇੱਕ ਉਹ ਸੋਸ਼ਲ ਮੀਡੀਆ ਨੂੰ ਕਰਕੇ ਇੱਕ ਤਰ੍ਹਾਂ ਲੋਕਾਂ ਨੂੰ ਵੀ ਗੁੰਮਰਾਹ ਕਰਦੇ ਆ। ਸੈਕਿੰਡ ਸਰ ਤੁਸੀਂ ਸਲਮਾਨ ਖਾਨ ਨੇ ਬਾਕੀਆਂ ਨੇ ਵੀ ਗੱਲ ਕੀਤੀ ਹੈਗੀ ਕਿ ਪ੍ਰੋਮਿਨੈਂਟ ਲੋਕ ਨੇ ਸਰ ਜਿਹੜੇ ਉਹਨਾਂ ਦੇ ਟਾਰਗੇਟ ਸੀ ਪਲੀਜ਼ ਸਰ ਬਰੀਫ ਕਰਨਾ ਕਿਉਂਕਿ ਬਰੀਫ ਕਰਨ ਬਾਣ ਸਾਹਿਬ ਕਿ ਵੀ ਇਹਨਾਂ ਨੂੰ ਫੜਿਆ ਕਿੱਦਾਂ ਕਿਉਂਕਿ ਥੋੜਾ ਜਿਹਾ ਬਹੁਤ ਇੱਕ ਹਰ ਚੀਜ਼ ਦੀ ਸਟੋਰੀ ਤਾਂ ਇੰਟਰਸਟਿੰਗ ਹੁੰਦੀ ਕਿਉਂਕਿ ਫੜਨਾ ਠੀਕ ਹੈ ਇਨਵੈਸਟੀਗੇਸ਼ਨ ਪਾਰਟ ਆਫ ਦੀ ਆਈ ਗਿਆ ਲੇਕਿਨ ਪਹੁੰਚਣ ਤੱਕ ਦੀ ਤੁਸੀਂ ਸਾਨੂੰ ਦੱਸ ਦਿਓ ਕਿ ਕਿਵੇਂ ਪਹੁੰਚੇ ਕਿਵੇਂ ਹੋਇਆ ਕਿਉਂਕਿ ਸਰ ਉਹ ਬਾਕੀ ਦਾ ਦੇਖੋ ਜੀ ਜਿੱਥੋਂ ਤੱਕ ਗੋਲਡੀ ਦਾ ਸਵਾਲ ਹੈ देखो जी, I will not react to the statements of a fugitive. No, I will not. नहीं, is he, ma'am? Is he an authority? So I will not. Should we देखो जी, reply to him? कोई गल नहीं जी, उरे लावांगे एक और प्रेस कॉन्फ्रेंस करांगे ਜਦੋਂ ਗੋਲਡੀ ਆਊਗਾ ਜੀ। ਸਰ ਹੈਗਾ ਐਕਚੁਅਲੀ ਮੈਂ ਕਿਦਾਂ ਦਾ ਸਰ ਕਿਉਂਕਿ ਸਲਮਾਨ ਖਾਨ ਦੂਜੇ ਸਰ ਟਾਰਗੇਟ ਹੈਗੇ ਸਰ ਦੱਸੋ ਉਹ ਸਰ ਕਿਦੋਂ ਸਲਮਾਨ ਖਾਨ ਕਿਦੋਂ ਰੈਡੀ ਹੋਈ ਆ ਹੋਰ ਕਿਦੋਂ ਨਹੀਂ ਮੈਂ ਰਿਕੁਐਸਟ ਕਰਾਂਗਾ ਗੁਰਮੀਤ ਚੌਹਾਨ ਜੀ ਡਿਟੇਲ 'ਚ ਦੱਸ ਦੇਣਗੇ ਪਰ ਅਦਰਵਾਈਜ਼ ਦੇਖੋ ਇੱਕ ਦਿਨ ਕੱਲ ਅਸੀਂ ਫੜਿਆ ਹੈ ਇਹ ਕਪਿਲ ਪੰਡਿਤ ਦੀ ਇੰਟਰੋਗੇਸ਼ਨ ਦੇ ਵਿੱਚ ਆਇਆ। ਹੁਣ ਦੇਖੋ ਸੰਤੋਸ਼ ਯਾਦਵ ਵੀ ਫੜਿਆ ਜਾ ਚੁੱਕਾ ਮਹਾਰਾਸ਼ਟਰ ਤੋਂ, ਜਿਹੜਾ ਦੂਜਾ ਬੰਦਾ ਹੈਗਾ ਉਹ ਡਿਟੇਨ ਹੋ ਗਿਆ ਜਿਹੜਾ ਬਿਸ਼ਨੋਈ ਸਚਿਨ ਬਿਸ਼ਨੋਈ ਹੈ। ਸੋ ਅਸੀਂ ਸਿਸਟਮੈਟਿਕ ਤਰੀਕੇ ਨਾਲ ਜਿਹੜੇ ਵੀ ਇਹਨਾਂ ਨੇ ਡਿਸਕਲੋਜ਼ਰ ਦਿੱਤੀ ਹੈ ਦੈਟ ਇਜ਼ ਟੂ ਬੀ ਯੈਟ ਟੂ ਬੀ ਕੋਰੋਬੋਰੇਟਡ। ਮਤਲਬ ਅਸੀਂ 100% ਉਸ ਤੇ ਯਕੀਨ ਨਹੀਂ ਕਰ ਸਕਦੇ ਤੇ ਅਸੀਂ ਦੂਜਿਆਂ ਨੂੰ ਲਾਵਾਂਗੇ ਇੰਟਰੋਗੇਸ਼ਨ ਕਰਾਂਗੇ ਨਿਸ਼ਾਨਦੇਹੀ ਕਰਾਵਾਂਗੇ ਜੇ ਲੋਡ ਹੋਏਗੀ ਆਪਣੀ ਪੁਲਿਸ ਪਾਰਟੀ ਬੰਬੇ ਭੇਜਾਂਗੇ ਜੀ ਤੇ ਹਾਲੇ ਇਟ ਇਜ਼ ਵੈਰੀ ਪ੍ਰੀਲਿਮਿਨਰੀ ਡਿਸਕਲੋਜ਼ਰ ਜੀ। ਸਰ ਇੱਕ ਸਵਾਲ ਹੈ ਸਰ ਇੱਕ ਸਵਾਲ ਹੈ ਕਤਲ ਹੋਇਆ 29 ਤਰੀਕ ਨੂੰ ਕਤਲ ਹੋਇਆ 10 ਤਰੀਕ ਨੂੰ ਗ੍ਰਿਫਤਾਰੀ ਹੋਈ ਹੈ 105 ਦਿਨ ਮਤਲਬ ਟੋਟਲ 105 ਦਿਨ ਸੀਗੇ 105 ਦਿਨ ਅੱਜ ਕਿੱਥੇ ਮੂਵਮੈਂਟ ਰਹੀ ਹੈ ਕਿੱਥੇ ਹਾਈਡ ਆਊਟ ਲਿਆ ਦੀਪਕ ਮੁੰਡੀ ਨੇ। ਦੇਖੋ ਜੀ ਸਾਰਾ ਕੁਝ ਤੇ ਅਸੀਂ ਨਹੀਂ ਸ਼ੇਅਰ ਕਰ ਸਕਦੇ ਨਾ ਕਰਾਂਗੇ ਜੀ ਪਰ ਜਿਵੇਂ ਮੈਂ ਬਰੀਫਲੀ ਦੱਸਿਆ ਸੀਗਾ ਜਿਹੜੀ ਸਟੇਟਾਂ 'ਚ ਇਹ ਰਹੇ ਹੈਗੇ ਨਾ ਦੀਪਕ ਤੇ ਇਹ ਇਕੱਠੇ ਸੀਗੇ ਜੀ। ਦੀਪਕ ਐਂਡ ਕਪਿਲ ਵਰ ਟੁਗੇਦਰ। ਹਰਿਆਣਾ ਦੇਖੋ ਦੇ ਆਰ ਸ਼ਿਫਟਿੰਗ ਟੁਵਰਡਸ ਵੈਸਟ ਬੰਗਾਲ ਰਾਜਸਥਾਨ ਹਰਿਆਣਾ यूपी बिहार एंड वेस्ट बंगाल ब्रॉडली इस एक सुनियोजित तरीके नाल प्लान्ड तरीके नाल उस बॉर्डर आउटपोस्ट तक पहुंचे सी। सर कपिल पंडित ते ਜਿਹੜਾ ਜੋਕਰ ਹੈ ਇਹਨਾਂ ਨੂੰ ਹੁਣ ਨਾਮਜ਼ਦ ਕੀਤਾ ਜਾ ਰਿਹਾ ਹੈ ਕਿਉਂਕਿ ਇਹਨਾਂ ਨੇ ਲਗਾਤਾਰ ਜਿੱਦਾਂ ਤੁਸੀਂ ਵੀ ਕਿਹਾ ਕਿ ਲੌਜਿਸਟਿਕ ਚੀਜ਼ਾਂ ਇਹਨਾਂ ਨੂੰ ਮੁਹੱਈਆ ਕਰਾਈਆਂ ਸਟਾਰਟਿੰਗ ਤੋਂ ਲੈ ਕੇ ਤਾਂ ਇਹਨਾਂ ਨੂੰ ਵੀ ਨਾਮਜ਼ਦ ਕੀਤਾ ਜਾ ਰਿਹਾ ਇਸ ਪੂਰੇ ਮਾਮਲੇ 'ਚ। ਪਹਿਲਾਂ ਤੋਂ ਸੀ ਦੋਵੇਂ ਪਹਿਲੇ ਤੋਂ ਨਾਮਜ਼ਦ ਸੀਗੇ ਇਹਨਾਂ ਦਾ ਸ਼ੂਟਰ ਨਹੀਂ ਹੈਗੇ ਬਟ ਸਪੋਰਟਿੰਗ ਕਿਉਂਕਿ ਇਹਨਾਂ ਦਾ ਰੋਲ ਪਹਿਲੇ ਆ ਗਿਆ ਸੀਗਾ ਇਨਵੈਸਟੀਗੇਸ਼ਨ ਦੇ ਵਿੱਚ। ਕਿੱਥੋਂ ਕਰਦੇ ਕੌਣ ਕਿਉਂਕਿ ਇੰਨੀ ਵੱਡੀਆਂ ਚੱਲਣਾ ਕਿੰਨੇ ਦਿਨ ਬਾਹਰ ਰਹੇ ਕੋਈ ਤਾਂ ਸਰ ਪਿੱਛੇ ਕਿਉਂਕਿ ਸਰ ਫੰਡਿੰਗ ਦਾ ਜਾਂ ਜਿਹੜੇ ਵੈਪਨਸ ਆਏ ਉਹਨਾਂ ਦਾ ਜ਼ਿਕਰ ਚਾਰਜਸ਼ੀਟ 'ਚ ਵੀ ਨਹੀਂ ਹੋਇਆ ਕਿ ਇਹ ਕਿੱਥੇ ਫੰਡਿੰਗ ਕਿੱਥੋਂ ਹੋਈ ਹੈ ਜਾਂ ਜਿਹੜੇ ਹਥਿਆਰ ਹੈ ਉਹ ਵੀ ਫੰਡਿੰਗ ਤਾਂ ਸਰ ਵੈਪਨ ਕਰਨਾ ਨਹੀਂ ਅਸੀਂ ਦੇਖੋ ਜੀ ਸਪਲੀਮੈਂਟਰੀ ਚਾਰਜਸ਼ੀਟ ਫਾਈਲ ਕਰਾਂਗੇ ਅਦਰਵਾਈਜ਼ ਇਟ ਇਜ਼ ਵੈਰੀ ਕਲੀਅਰ ਕਿ ਗੋਲਡੀ ਜਿਹੜਾ ਹੈਗਾ ਉਹ ਲਿੰਚ ਪਿਨ ਚਲੋ ਮਤਲਬ ਮੈਂ ਲੋਡ ਤੋਂ ਵੱਧ ਕ੍ਰੈਡਿਟ ਗੋਲਡੀ ਨੂੰ ਵੀ ਨਹੀਂ ਦਿੰਦਾ ਕਿਉਂਕਿ ਇਹਦੇ 'ਚ ਕਈ ਕੜੀਆਂ ਜੁੜੀਆਂ ਹੈਗੀ ਪਰ ਮੇਨਲੀ ਮਤਲਬ ਉਹ ਅੱਗੇ ਕਨਵੇ ਜਿਵੇਂ ਇਹਨਾਂ ਦਾ ਉਰੇ ਨੈਟਵਰਕ ਹੈਗਾ ਟੈਲੀਫੋਨ ਤੇ ਇਨ ਟੱਚ ਹੁੰਦੇ ਆ ਤਾਂ ਹੀ ਅਸੀਂ ਜਿਹੜੇ ਬੰਦੇ ਪਨਾਹ ਦੇ ਰਹੇ ਹੈਗੇ ਜਿਹੜੇ ਬੰਦੇ ਪੈਸੇ ਦੇ ਰਹੇ ਹਾਂ ਅਸੀਂ ਸਾਰਿਆਂ ਨੂੰ ਨੋਮੀਨੇਟ ਕਰਕੇ ਗ੍ਰਿਫਤਾਰ ਕਰ ਰਹੇ ਹਾਂ ਐਂਡ ਸਪੈਸੀਫਾਈਂਗ ਦ रोल ऑफ ईच पर्सन। सारे वेपन्स रिकवर हो चुके हैं या फिर अभी भी कुछ पेंडिंग है जो ਬਾਕੀ ਕਹਿੰਦਾ ਮਤਲਬ ਇਹਨੇ ਰਹੇ ਮੈਂ ਦੱਸਿਆ ਸੀਗਾ ਨਾ 23 ਅਕਿਊਜ਼ਡ ਅਸੀਂ ਅਰੈਸਟ ਕੀਤੇ ਜੀ ਤੇ 2 ਅਕਿਊਜ਼ਡ ਨਿਊਟਰਲਾਈਜ਼ ਹੋ ਗਏ ਜੀ ਤੇ ਹੁਣ ਤੱਕ 35 ਅਕਿਊਜ਼ਡ ਨੇਮਡ ਹੈਗੇ ਜੀ। ਸਰ ਵਾਲਾ ਦੇ ਫਾਦਰ ਦੀ ਪ੍ਰਤੀਕਿਰਿਆ ਆਈ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਫੜੇ ਗਏ ਨੇ ਤਾਂ ਛੋਟੇ ਲੋਕ ਨੇ ਕਿ ਬੜਿਆਂ ਦੇ ਗਿਰੇਬਾਨ ਤੱਕ ਹੱਥ ਜਾਊਗੇ। ਦੇਖੋ ਜੀ ਉਹਨਾਂ ਦੇ ਬਿਆਨ ਤੇ ਉਹਨਾਂ ਦਾ ਅਸੀਂ ਬਹੁਤ ਰਿਗਾਰਡ ਕਰਦੇ ਹਾਂ ਤੇ ਇੰਨਾ ਵੱਡਾ ਨੁਕਸਾਨ ਹੋਇਆ ਹੈ ਤੇ ਸਾਨੂੰ ਪਤਾ ਕਿ ਸਾਡੇ ਉਪਰਾਲਿਆਂ ਤੋਂ ਕਦੀ ਜੋ ਨੁਕਸਾਨ ਹੋਇਆ ਵਾਪਸ ਨਹੀਂ ਆ ਸਕਦਾ ਬਟ ਵੀ ਸਟੈਂਡ ਵਿਥ ਹਿਮ ਫੁਲੀ। ਸਰਦਾਰ ਬਲਕੌਰ ਸਿੰਘ ਨੇ ਬਹੁਤ ਹੀ ਮੈਚੁਰਿਟੀ ਨਾਲ ਸਾਰਾ ਮਸਲਾ ਹੈਂਡਲ ਕੀਤਾ ਹੈ ਤੇ ਅਸੀਂ ਉਹਨਾਂ ਦੇ ਬਿਆਨ ਤੇ ਫॉर योर ਇਨਫੋਰਮੇਸ਼ਨ ਜਿਨ੍ਹਾਂ ਤੇ ਉਹਨਾਂ ਨੂੰ ਸ਼ੱਕ ਸੀਗਾ ਉਹਨਾਂ ਦਾ ਸਟੇਟਮੈਂਟ ਅਸੀਂ ਲਿਖਿਆ ਹੈ ਤੇ ਉਹਨਾਂ ਨੂੰ ਨੋਮੀਨੇਟ ਕਰ ਲਿਆ ਐਜ਼ ਅਕਿਊਜ਼ਡ ਜਿਹੜੀ ਪਹਿਲੀ ਗੱਲ ਪ੍ਰੈਸ 'ਚ ਆਈ ਵੀ ਹੈ ਤੇ ਇਨਵੈਸਟੀਗੇਸ਼ਨ ਤੋਂ ਬਾਅਦ ਐਜ਼ ਪਰ ਲਾਅ ਅੱਗੇ ਕਾਰਵਾਈ ਕਰਾਂਗੇ ਜੀ। ਸਰ ਇਹ ਬਾਰ-ਬਾਰ ਕਹਿਣੇ ਵਾਲੇ ਫਾਦਰ ਕੇ ਵਾਈਟ ਕਾਲਰ ਨੂੰ ਫੜਨਾ ਹਜੇ ਬਾਕੀ ਹੈ। ਬਲਕੌਰ ਸਿੰਘ ਸਰ ਜਿਹੜੇ ਫਾਦਰ ਸਾਹਿਬ ਨੇ ਉਹ ਬਾਰ-ਬਾਰ ਇਹ ਗੱਲ ਕਹਿ ਰਹੇ ਕੱਲ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਨਿਊਜ਼ 18 ਦੇ ਨਾਲ ਕਿ ਵਾਈਟ ਕਾਲਰ ਵਾਲੇ ਹਜੇ ਵੀ ਫਰਾਰ ਹੈ। ਹਾਲਾਂਕਿ ਗੈਂਗਸਟਰ ਉਹਨੂੰ ਫੜ ਰਹੀ ਹੈ ਪੁਲਿਸ ਵਧੀਆ ਕੰਮ ਹੈ ਲੇਕਿਨ ਜਿਹੜੇ ਵਾਈਟ ਕਾਲਰ ਨੇ ਕਈ ਜਿਹੜਾ ਇਨਡਾਇਰੈਕਟ ਉਹ ਗੱਲ ਕਰ ਰਹੇ ਹੈ ਹੋਮਲੈਂਡ ਦੇ ਨਾਲ ਕਨੈਕਸ਼ਨ ਦੀ ਗੱਲ ਕਰ ਰਹੇ ਜਾਂ ਫਿਰ ਵਾਈਟ ਕਾਲਰਸ ਦੀ ਗੱਲ ਕਰ ਰਹੇ ਇਹਨਾਂ ਨੂੰ ਲੈ ਕੇ ਹੁਣ ਪੁਲਿਸ ਕਿਸ ਤਰ੍ਹਾਂ ਉਹਨਾਂ ਨਾਲ ਗੱਲਬਾਤ ਅਸੀਂ ਉਹਨਾਂ ਦੇ ਬਿਆਨ ਤੇ ਨਾ ਜੀ ਉਹਨਾਂ ਦਾ ਸਪਲੀਮੈਂਟਰੀ ਬਿਆਨ ਲਿਖਿਆ ਸੀ ਉਹਨਾਂ ਨੇ ਕੁਝ ਹੋਰ ਮੁਲਜ਼ਮਾਂ ਤੇ ਸ਼ੱਕ ਜ਼ਾਹਿਰ ਕੀਤਾ ਸੀ ਤੇ ਉਹਨਾਂ ਨੂੰ ਨੋਮੀਨੇਟ ਕਰਕੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਜੀ। ਮੈਂ स्पेसिफिक कमेंट इन्वेस्टिगेशन बारे नहीं दे सकता क्योंकि वो इन्वेस्टिगेशन ऑन गोइंग है उन मुलजिमा बारे जी।
ਸਰ ਕੁਝ ਸਿੰਗਰਸ ਦੀ ਭੂਮਿਕਾ ਤੇ ਵੀ ਸਵਾਲ ਚੁੱਕੇ ਗਏ ਸੀ ਜਾਂ investigate ਉਹਨਾਂ ਨੇ ਸਾਨੂੰ ਬਿਆਨ ਦਿੱਤਾ ਹੈ ਜੀ, ਤੇ ਉਸ ਦੇ ਬੇਸ ਤੇ ਅਸੀਂ ਇਨਵੈਸਟੀਗੇਟ ਕਰਾਂਗੇ ਜੀ। ਪ੍ਰਮੋਦ ਸਰ ਇੱਕ ਬਾਰ-ਬਾਰ ਜਿਹੜੀ ਗੱਲ ਹੈ ਗੈਂਗਸਟਰ ਨੂੰ ਆ ਕੇ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਗਈ ਵਗੈਰਾ ਤੁਹਾਡੀ ਪ੍ਰਧਾਨਗੀ ਦੇ ਵਿੱਚ, ਲੇਕਿਨ ਇਹ ਸਰ ਗੈਂਗਸਟਰ ਜਿਹੜਾ ਚੱਲਦਾ ਪਿਆ ਕਲਚਰ ਛੋਟਾ ਮੋਟਾ ਜੋ ਚੱਲਦਾ ਹੈ ਇਹ ਤੁਸੀਂ ਮਤਲਬ ਕਦ ਤੱਕ ਜਿਹੜੀ ਕਿਉਂਕਿ ਮੇਨ ਇਹੀ ਇਕੱਲੇ ਗਰੋਹ ਹੈਗਾ ਜਿਹੜਾ ਹੋਣ ਤੋਂ ਬਾਅਦ ਖਤਮ ਹੋਣ ਦੀ ਸੰਭਾਵਨਾ ਕਿ ਹੋਰ ਵੀ ਕੋਈ ਹੈਗੇ ਨੇ ਕਿੰਨੇ ਪ੍ਰਕਾਰ ਦੇ A ਕੈਟਾਗਰੀ B ਕੈਟਾਗਰੀ ਆਲਮੋਸਟ ਕਿੰਨੇ ਕਿ ਹੈਗੇ? ਨਹੀਂ ਬਾਜਵਾ ਸਾਹਿਬ, ਮੈਂ ਪਹਿਲੇ ਮਾੜਾ ਜਿਹਾ ਮੈਂ ਦੱਸਾਂਗਾ। ਦੇਖੋ, ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਇੱਕ ਸਟੇਟ ਲੈਵਲ ਦੀ ਨੋਡਲ ਏਜੰਸੀ ਹੈ, ਪਰ ਇਹਨਾਂ ਦਾ ਕੰਮ ਹੈਗਾ ਕੋਆਰਡੀਨੇਸ਼ਨ ਕਰਨਾ ਤੇ ਸਪੈਸ਼ਲ ਵੱਡੇ ਆਪਰੇਸ਼ਨ ਕਰਨੇ। ਅਦਰਵਾਈਜ਼ ਹਰ ਐਸਐਸਪੀ ਦਾ, ਮੈਂ ਸਾਰਿਆਂ ਨੂੰ ਇਹੀ ਕਹਿੰਦਾ, ਹਰ ਐਸਐਸਪੀ, ਹਰ ਸਬ ਡਿਵੀਜ਼ਨਲ ਡੀਐਸਪੀ, ਹਰ ਐਸਐਚਓ ਦਾ ਇਹ ਕੰਮ ਹੈ ਕਿ ਕ੍ਰਾਈਮ ਕ੍ਰਿਮੀਨਲਸ ਤੇ ਗੈਂਗਸਟਰਸ ਦੇ ਖਿਲਾਫ ਉਹ ਐਕਸ਼ਨ ਕਰੇ ਜੀ। ਇਹਨਾਂ ਦਾ ਰੋਲ ਹੈਗਾ ਟੂ ਕੋਆਰਡੀਨੇਟ, ਦੂਜੀ ਸਟੇਟਾਂ ਨਾਲ ਤਾਲਮੇਲ ਕਰਨਾ, ਜੇ ਇਹਨਾਂ ਕੋਲ ਵੱਡੀ ਇਨਫੋਰਮੇਸ਼ਨ ਹੁੰਦੀ ਜ਼ਿਲ੍ਹਿਆਂ 'ਚ ਆਪਸ ਦੇ ਵਿੱਚ ਤਾਲਮੇਲ ਕਰਨਾ। ਆਈ ਰਿਕੁਐਸਟ ਮਿਸਟਰ ਬਾਨ ਟੂ ਐਲੈਬੋਰੇਟ।